ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਨਾਲ ਕੁਝ ਖਬਰਾਂ ਸਾਂਝੀਆਂ ਕਰਨੀਆਂ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਅੱਜ ਖਾਸ ਗੱਲਬਾਤ ਕਰਨੀ ਹੈ। ਅੱਜ ਕੁਝ ਖਬਰਾਂ ਤੇ ਗੱਲਬਾਤ ਘਰਾਂ ਦੀ ਮਾਰਕੀਟ ਬਾਰੇ ਕਰਨੀ ਹੈ। ਕੁਝ ਖਬਰਾਂ ਆ ਰਹੀਆਂ ਕਿ ਵੈਨਕੂਵਰ ਤੇ ਇਹਦੇ ਆਲੇ ਦੁਆਲੇ ਘਰਾਂ ਦੀ ਮਾਰਕੀਟ ਜਿਹੜੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਰਹੂਗੀ। ਕੀਮਤਾਂ ਘਟਣ ਦੇ ਅਸਾਰ ਨਹੀਂ ਲੱਗਦੇ। ਜਿਹੜੀ ਅਫੋਰਡੇਬਿਲਟੀ ਆ ਉਹ ਇੱਕ ਇਸ਼ੂ ਰਹੂਗਾ ਤੇ ਲੋਕ ਜਿਹੜੇ ਖਾਸ ਕਰ ਪਹਿਲੀ ਵਾਰ ਘਰ ਲੈਣ ਬਾਰੇ ਆ ਜਾਂ ਨਵੇਂ ਜਿਹੜੇ ਲੋਕ ਆ ਉਹ ਇੱਥੇ ਰਹਿਣਾ ਉਹਨਾਂ ਦੇ ਲਈ ਮੁਸ਼ਕਿਲ ਹੋ ਰਿਹਾ। ਇਹਦੇ ਬਾਰੇ ਅੱਜ ਜਿੱਥੇ ਇਹ ਗੱਲਾਂ ਬਾਤਾਂ ਕਰਨੀਆਂ, ਇਹਦੇ ਬਾਰੇ ਡਿਟੇਲ ਦੇ ਵਿੱਚ ਅਸੀਂ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਮੈਨੀ ਗਿੱਲ ਉਹਨਾਂ ਦੇ ਨਾਲ ਜਿਹੜੇ ਰੀਅਲ ਸਟੇਟ ਐਕਸਪਰਟ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਕੋਲੋਂ ਪੁੱਛਾਂਗੇ ਕਿ ਕੀ ਇਹਦਾ ਇਸ ਵੇਲੇ ਹਿਸਾਬ ਕਿਤਾਬ ਆ, ਕੀ ਮਾਰਕੀਟ ਕਹਿੰਦੀ ਆ, ਜਾਂ ਘਰ ਲੈਣ ਵੇਲੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਫਲਿੱਪਿੰਗ ਇੱਕ ਬਹੁਤ ਵੱਡਾ ਇਸ਼ੂ ਆ, ਇਹਦੇ ਬਾਰੇ ਵੀ ਕੁਝ ਖਾਸ ਗੱਲਾਂ ਬਾਤਾਂ ਕਰਾਂਗੇ। ਟਾਊਨ ਹਾਊਸ, ਕੌਂਡੋ, ਡਿਟੈਚ ਹੋਮ, ਡਿਊਪਲੈਕਸ, ਇਹਨਾਂ ਦੇ ਵਿੱਚ ਕਿਹੜੇ ਦਾ ਟਰੈਂਡ ਕਿਹੜੇ ਏਰੀਏ ਦੇ ਵਿੱਚ ਜ਼ਿਆਦਾ ਆ। ਐਬਸਪੋਰਟ ਦੇ ਵਿੱਚ ਘਰ ਕਿੰਨਾ ਕੁ ਸਸਤਾ ਮਿਲਦਾ ਆ, ਇੱਥੇ ਘਰ ਕਿੰਨਾ ਕੁ ਮਹਿੰਗਾ ਆ। ਇਹਦੇ ਬਾਰੇ ਕੁਝ ਖਾਸ ਗੱਲਾਂ ਬਾਤਾਂ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਮੈਨੀ ਗਿੱਲ ਜੀ ਦੇ ਨਾਲ ਅਸੀਂ ਕਰਨੀਆਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਹਿਲੀ ਖਬਰ ਜਿਹੜੀ ਆ ਉਹ ਰੀਅਲ ਸਟੇਟ ਮਾਰਕੀਟ ਬਾਰੇ ਹੀ ਆ। ਕੁਝ ਲੋਕ ਇਹ ਕਹਿ ਰਹੇ ਆ ਕੈਨੇਡਾ ਦੇ ਵਿੱਚ ਕਮਾਈ ਦੇ ਬਹੁਤ ਵੱਖਰੇ ਵੱਖਰੇ ਸਾਧਨ ਆ, ਪਰ ਘਰਾਂ ਨੂੰ ਵੇਚਣਾ ਖਰੀਦਣਾ ਵੀ ਕਮਾਈ ਦਾ ਇੱਕ ਵੱਡਾ ਸਾਧਨ ਆ। ਬਹੁਤ ਸਾਰੇ ਲੋਕਾਂ ਨੇ ਜਿਹੜੇ ਅਮੀਰ ਹੋਏ ਨੇ ਇਸ ਕੰਮ ਦੇ ਵਿੱਚ ਅਮੀਰ ਹੋਏ ਨੇ। ਕਈ ਲੋਕ ਕਹਿ ਰਹੇ ਆ ਵੀ ਅੱਜ ਕੱਲ੍ਹ ਜਿੰਨਾ ਕੁ ਲਾਟਰੀ ਪਾਉਣ ਵਰਗੀ ਗੱਲ ਆ ਕਿ ਲਾਟਰੀ ਨਿਕਲਣ ਦੇ ਚਾਂਸ ਹੁੰਦੇ ਆ, ਲਾਟਰੀ ਨਿਕਲਦੀ ਆ, ਇਸੇ ਤਰ੍ਹਾਂ ਹੀ ਤੁਸੀਂ ਜੇਕਰ ਕੋਈ ਘਰ ਖਰੀਦ ਸਕਦੇ ਆ ਅਤੇ ਮੁੜ ਕੇ ਉਹਨੂੰ ਠੀਕ ਟਾਈਮ 'ਤੇ ਵੇਚ ਸਕਦੇ ਆ ਤਾਂ ਲਾਟਰੀ ਨਿਕਲਣ ਵਾਲੀ ਗੱਲ ਆ। ਲਾਟਰੀ ਨਿਕਲਣ ਜਿੰਨਾ ਹੀ ਫਾਇਦਾ ਹੁੰਦਾ, ਮਤਲਬ ਜਿੰਨੇ ਕੁ ਪੈਸੇ ਜਿਹੜੇ ਆ ਉਹ ਬੰਦੇ ਨੇ 2-4 ਸਾਲ ਜਾਂ ਕਈ ਵਾਰੀ ਸਾਰੀ ਉਮਰ ਲਾ ਕੇ ਜੋੜਨੇ ਹੁੰਦੇ ਆ, ਉਨੇ ਕੁ ਤੁਹਾਨੂੰ 2-4 ਮਹੀਨਿਆਂ ਦੇ ਵਿੱਚ ਇੱਕ ਘਰ ਜਾਂ ਇੱਕ ਪ੍ਰੋਪਰਟੀ ਲੈ ਕੇ ਇੱਧਰ ਉੱਧਰ ਕਰਨ ਦੇ ਵਿੱਚ ਬਚ ਜਾਂਦੇ ਆ। ਇਹਦੀਆਂ ਕੁਝ ਅਖਬਾਰਾਂ ਨੇ ਉਦਾਹਰਨਾਂ ਸਾਹਮਣੇ ਲਿਆਂਦੀਆਂ ਕਿ 3-4 ਉਦਾਹਰਨਾਂ ਆਪਾਂ ਇੱਥੇ 3 ਕੁ ਡਿਸਕਸ ਕਰਾਂਗੇ। ਵੈਸੇ ਬਹੁਤ ਨੇ ਕਿ ਕੁਛ ਮਹੀਨਿਆਂ ਦੇ ਵਿੱਚ ਹੀ ਜਿਹੜੀ ਪ੍ਰੋਪਰਟੀ ਖਰੀਦ ਕੇ ਉਹਨਾਂ ਨੇ ਵੇਚ ਦਿੱਤੀ ਅਤੇ ਚੰਗੀ ਕਮਾਈ ਕਰ ਲਈ। ਹਾਲਾਂਕਿ ਸਾਰੇ ਲੋਅਰ ਮੇਨਲੈਂਡ ਦੇ ਵਿੱਚ ਹੀ ਇੱਧਰ ਵੈਨਕੂਵਰ ਤੋਂ ਲੈ ਕੇ ਇੱਥੇ ਜਿਹੜਾ ਸਰੀ ਵਾਲਾ ਏਰੀਆ, ਹੋਰ ਇਹਦੇ ਨਾਲ ਲੱਗਦੇ ਸ਼ਹਿਰ, ਐਬਸਫੋਰਡ, ਸਾਰੇ ਹੀ ਕੀਮਤਾਂ ਵਧੀਆਂ ਅਤੇ ਬੜੀਆਂ ਜ਼ਿਆਦਾ ਵਧੀਆਂ। ਇਹਨਾਂ ਦੇ ਵਿੱਚ ਫਰਕ ਪਿਆ। ਪਰ ਵੈਨਕੂਵਰ ਦੀਆਂ ਕੁਛ ਕੁ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ, ਜਿਹੜੀਆਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੀ ਕੁਛ ਚਿਰ ਦੇ ਵਿੱਚ ਹੀ ਲੋਕ ਇੰਨਾ ਪੈਸਾ ਬਣਾ ਕੇ, ਜਿਹੜਾ ਕਈ ਵਾਰੀ ਕਿੰਨੇ ਸਾਲ 10-20 ਸਾਲ ਲੱਗ ਜਾਂਦੇ ਬੰਦੇ ਨੂੰ ਸੇਵਿੰਗ ਕਰ ਲਈ ਦੇ ਜਾਂ ਜੋੜਨ ਦੇ ਵਿੱਚ। 39th ਐਵਨਿਊ ਦੇ ਉੱਤੇ ਇੱਕ 2 ਸਟੋਰੀ ਘਰ ਸੀ। 4 ਉਹਦੇ ਵਿੱਚ ਬੈਡਰੂਮ ਸੀ ਅਤੇ 2 ਬਾਥਰੂਮ ਸੀ। ਮੇਨ ਸਟਰੀਟ ਦੇ ਨੇੜੇ ਇਹ ਪ੍ਰੋਪਰਟੀ ਸੀਗੀ। ਇਹ ਪ੍ਰੋਪਰਟੀ ਦੱਸੀ ਗਈ ਹੈ ਕਿ ਪਿਛਲੇ ਸਾਲ ਨਵੰਬਰ ਦੇ ਵਿੱਚ 4 ਨਵੰਬਰ ਨੂੰ ਇਹ 1.8 ਮਿਲੀਅਨ ਦੀ ਪ੍ਰੋਪਰਟੀ ਵਿਕੀ ਆ। ਨਵੰਬਰ ਦੇ ਵਿੱਚ 1.8 ਮਿਲੀਅਨ ਦੀ ਪ੍ਰੋਪਰਟੀ ਵਿਕਦੀ ਆ। ਅਗਲੇ ਸਾਲ ਫਰਵਰੀ ਦੇ ਵਿੱਚ 17 ਫਰਵਰੀ 2021 ਨੂੰ ਫਿਰ ਉਹਨੂੰ ਉਹ ਲਿਸਟ ਕਰ ਦਿੱਤਾ ਬੰਦੇ ਨੇ 1.8 ਦੀ ਖਰੀਦ ਕੇ 1.989 ਦੀ ਉਹਨੇ ਉਹਨੂੰ ਲਿਸਟ ਕਰ ਦਿੱਤਾ। ਰੈਨੋਵੇਸ਼ਨ ਉਹਦੇ ਵਿੱਚ ਕੋਈ ਨਹੀਂ ਕਰਾਈ, ਕੁਛ ਨਹੀਂ ਕੀਤਾ, ਸਿਰਫ ਉਹਨੇ ਦੁਬਾਰਾ ਉਹਨੂੰ ਫਿਰ ਵੇਚਣ ਦੀ ਲਾ ਲਿੱਤਾ। 65th ਈਸਟ 39 ਐਵਨਿਊ ਦੇ ਉੱਤੇ ਪ੍ਰੋਪਰਟੀ ਸੀਗੀ। 5 ਦਿਨਾਂ ਦੇ ਵਿੱਚ ਦੱਸਦੇ ਆ ਕਿ 2.3 ਮਿਲੀਅਨ ਦੀ ਇਹ ਪ੍ਰੋਪਰਟੀ ਵਿਕ ਗਈ। ਨਵੰਬਰ ਦੇ ਵਿੱਚ ਉਸ ਵਿਅਕਤੀ ਨੇ ਪ੍ਰੋਪਰਟੀ 1.8 ਮਿਲੀਅਨ ਦੀ ਲਈ, 1.9 ਦੀ ਲਿਸਟ ਕੀਤੀ, 2.3 ਦੀ ਇਹ ਪ੍ਰੋਪਰਟੀ ਵਿਕ ਗਈ। ਸੋ ਅੰਦਾਜ਼ਾ ਲਾ ਲਓ ਕਿ $4.5 ਲੱਖ ਉਹਨੇ ਬਿਨਾਂ ਕੁਛ ਉਹਦੇ ਉੱਤੇ ਲਾਏ, ਬਿਨਾਂ ਕੋਈ ਉਹਦੇ ਵਿੱਚ ਜਿਹੜੀ ਰੈਨੋਵੇਸ਼ਨ ਕੀਤੀ 3 ਮਹੀਨਿਆਂ 'ਚ ਕਮਾ ਲਿਆ। ਕਿਸੇ ਵੀ ਕੰਮ ਦੇ ਵਿੱਚ 3 ਮਹੀਨਿਆਂ 'ਚ $4.5 ਲੱਖ ਨਹੀਂ ਬਣਦਾ। ਇਹ ਇੱਕ ਬਹੁਤ ਚਰਚਾ ਦੇ ਵਿੱਚ ਪ੍ਰੋਪਰਟੀ ਆਈ ਸੀ। ਉਹਦੇ ਤੋਂ ਬਾਅਦ ਇੱਕ ਹੋਰ ਦੱਸਦੇ ਆ ਉੱਥੇ ਪ੍ਰੋਪਰਟੀ, ਇੱਕ 2 ਸਟੋਰੀ ਡਿਟੈਚ ਹੋਮ ਸੀ, 4 ਬੈਡਰੂਮ, ਉਹਦੇ ਵਿੱਚ 3 ਬਾਥਰੂਮ। ਇਹ 1.5 ਮਿਲੀਅਨ ਦਾ ਲੱਗਿਆ ਸੀ ਪਿਛਲੇ ਸਾਲ ਜੁਲਾਈ ਦੇ ਵਿੱਚ। 8 ਜੁਲਾਈ 2020 ਨੂੰ 1.5 ਮਿਲੀਅਨ ਦਾ ਲੱਗਿਆ। ਇਹ ਪ੍ਰੋਪਰਟੀ ਕਿੰਗਜ਼ਵੇ ਦੇ ਉੱਤੇ ਸੀਗੀ ਅਤੇ ਇਹ ਮਾਰਕੀਟ ਦੇ ਵਿੱਚ ਦੁਬਾਰਾ ਇਸ ਸਾਲ ਮਾਰਚ ਦੇ ਵਿੱਚ ਆਇਆ। 1.5 ਦਾ ਪਿਛਲੇ ਸਾਲ ਮਤਲਬ ਉਹਨੇ ਖਰੀਦਿਆ ਸੀ। ਇਸ ਸਾਲ ਮਾਰਚ ਦੇ ਵਿੱਚ ਇਹ 1.95 ਦਾ ਉਹਨੇ ਲਾ ਦਿੱਤਾ, ਯਾਨੀ ਕਿ 19 ਲੱਖ ਦਾ ਲਾ ਦਿੱਤਾ। 15 ਲੱਖ ਦਾ ਲੈ ਕੇ 19 ਲੱਖ ਦਾ ਇਸ ਸਾਲ ਉਹਨੇ ਲਾ ਦਿੱਤਾ। ਅਤੇ ਕੀਤਾ ਕੀ ਉਹਨੇ, ਉਹ ਕਹਿੰਦਾ ਵੀ ਇਹਦੇ ਵਿੱਚ ਜਿਹੜੀ ਇੰਟੀਰੀਅਰ ਡਿਜ਼ਾਈਨਿੰਗ ਕੀਤੀ ਹੈ ਨਾ ਅਸੀਂ ਇਸ ਘਰ ਦੀ, ਵੀ ਉਹ ਬਹੁਤ ਵੱਡੀ ਕੋਈ ਅਵਾਰਡ ਵਿਨਿੰਗ ਜਿਹੜੀ ਕੰਪਨੀ ਆ ਉਹਦੇ ਕੋਲੋਂ ਕਰਾਈ ਆ ਅਤੇ ਬਹੁਤ ਹੀ ਜ਼ਿਆਦਾ ਸੋਹਣਾ ਘਰ ਆ। ਅਤੇ ਜਿੱਦਣ ਉਹਨੇ ਲਾਇਆ 1.9 ਦਾ 19 ਲੱਖ ਦਾ, 5 ਦਿਨਾਂ ਦੇ ਵਿੱਚ 2.1 ਮਿਲੀਅਨ ਦਾ ਉਹ ਵਿਕ ਗਿਆ। ਸੋ $6,16,000 ਉਸ ਬੰਦੇ ਨੇ ਇੰਨੇ ਸਮੇਂ ਦੇ ਵਿੱਚ ਕਮਾ ਲਿਆ। ਅਤੇ 1,75,000 ਦੀ ਉਹਨੇ ਇਹਦੇ ਵਿੱਚ ਰੈਨੋਵੇਸ਼ਨ ਜਿਹੜੀ ਉਹ ਕੀਤੀ ਹੈ ਜਾਂ ਇੰਟੀਰੀਅਰ ਡਿਜ਼ਾਈਨਿੰਗ ਕੀਤੀ ਹੈ। ਫਿਰ ਵੀ
7 ਮਹੀਨਿਆਂ ਦੇ ਵਿੱਚ $4,41,000 ਉਸ ਵਿਅਕਤੀ ਨੇ ਉਸ ਘਰ ਦੇ ਵਿੱਚੋਂ ਕੱਢ ਲਿਆ। ਇੱਕ ਹੋਰ ਉਦਾਹਰਨ ਪ੍ਰੋਪਰਟੀ ਦੀ ਇੱਥੇ ਦਿੱਤੀ ਗਈ ਹੈ। ਬਹੁਤ ਸਾਰੀਆਂ ਮਤਲਬ ਇਹ ਲਿਸਟ ਜਿਹੜੀਆਂ ਗੱਲਾਂ ਆ ਲਿਸਟ ਹੋਈਆਂ ਪ੍ਰੋਪਰਟੀਜ਼ ਉਹ ਹੈਰਾਨੀਜਨਕ ਗੱਲਾਂ ਦੱਸ ਰਹੀਆਂ ਕਿ ਇੰਨੇ ਪੈਸੇ ਕੁਛ ਘਰਾਂ ਦੇ ਵਿੱਚੋਂ ਲੋਕਾਂ ਨੇ 5-4 ਮਹੀਨਿਆਂ ਦੇ ਵਿੱਚ ਹੀ ਕੱਢ ਲਏ ਪਿਛਲੇ ਸਮੇਂ ਦੇ ਵਿੱਚ। 7460 ਗੈਟ ਨਿਊ ਪਲੇਸ ਦੇ ਵਿੱਚ ਫਰੇਜ਼ਰ ਵਿਊ ਏਰੀਆ ਦੇ ਵਿੱਚ ਇੱਕ ਡਿਟੈਚ ਹੋਮ ਸੀ, 1 ਸਟੋਰੀ 4 ਬੈਡਰੂਮ 3 ਬਾਥਰੂਮ। 3 ਜੂਨ ਨੂੰ ਇਹ ਘਰ ਵਿਕਿਆ। ਇਹਦੇ ਵਿੱਚ ਜਿਹੜੀ ਪਰਚੇਜ਼ ਪ੍ਰਾਈਸ ਸੀ 1.6 ਮਿਲੀਅਨ, 16 ਲੱਖ ਦਾ ਇਸ ਬੰਦੇ ਨੇ ਖਰੀਦਿਆ। ਫਿਰ ਉਹਨੂੰ ਰੈਨੋਵੇਟ ਕੀਤਾ ਅਤੇ ਅਪ੍ਰੈਲ ਦੇ ਵਿੱਚ ਮਤਲਬ ਪਿਛਲੇ ਸਾਲ ਜੂਨ ਦੇ ਵਿੱਚ ਉਹਨੇ ਖਰੀਦਿਆ ਸੀ ਅਤੇ 1.6 ਮਿਲੀਅਨ ਦਾ ਇਸ ਸਾਲ ਅਪ੍ਰੈਲ ਦੇ ਵਿੱਚ 5 ਅਪ੍ਰੈਲ 2021 ਨੂੰ ਉਹਨੇ ਲਾ ਦਿੱਤਾ 1.9 ਦਾ। ਅਤੇ ਵੀ ਇਹ ਇਹਨੂੰ ਰੀਫਿਨਿਸ਼ ਕੀਤਾ ਆ, ਬਹੁਤ ਵਧੀਆ ਫਲੋਰ ਲਾਈ ਆ, ਉਹ ਸਾਰਾ ਕੁਛ ਉਹਨੇ ਲਿਖ ਕੇ ਇਹਨੂੰ ਪਾ ਦਿੱਤਾ ਜਾਂ ਉਹਨੇ ਕੀਤਾ। 8 ਦਿਨਾਂ ਦੇ ਵਿੱਚ 13 ਅਪ੍ਰੈਲ ਨੂੰ ਉਹ 2.4 ਮਿਲੀਅਨ ਦਾ ਵਿਕ ਗਿਆ। ਸੋ ਕਿੰਨੀ ਜ਼ਿਆਦਾ, $7,25,000 ਉਸ ਬੰਦੇ ਨੇ ਸਿਰਫ $7,25,000 ਦੀ ਕੀਮਤ ਵਧਾ ਲਈ, ਮਤਲਬ ਉਹਨੂੰ ਬਚ ਗਿਆ ਅਤੇ $2,25,000 ਵਿੱਚੋਂ ਲੱਗਿਆ ਉਹਦਾ ਇਹਦੇ ਉੱਤੇ ਰੈਨੋਵੇਸ਼ਨ ਦੇ ਉੱਤੇ, ਅਤੇ ਲਗਭਗ $5,00,000 ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਉਹਨੇ ਇਸ ਘਰ ਦੇ ਵਿੱਚੋਂ ਕੱਢ ਲਿਆ। ਬਹੁਤ ਇੱਕ ਜਿਹੜਾ ਕਮਾਈ ਵਾਲਾ ਤਰੀਕਾ, ਬੜਾ ਕਮਾਈ ਵਾਲਾ ਸਾਧਨ ਪਿਛਲੇ ਸਮੇਂ ਦੇ ਵਿੱਚ ਪ੍ਰੋਪਰਟੀ ਖਰੀਦੀ, ਰੈਨੋਵੇਟ ਕੀਤੀ ਔਰ ਉਹਨੂੰ ਵੇਚ ਦਿੱਤੀ। ਭਾਵੇਂ ਕਿ ਇਹ ਕੰਮ ਕੋਈ ਨਵਾਂ ਕੰਮ ਨਹੀਂ ਆ, ਬਹੁਤ ਪੁਰਾਣਾ ਲੋਕ ਇਹ ਕਰਦੇ ਆਏ ਆ, ਪਰ ਇੰਨੀ ਜ਼ਿਆਦਾ ਕਮਾਈ ਜਿੱਥੇ ਕਿ ਕੈਨੇਡਾ ਦੇ ਦੂਜੇ ਹਿੱਸਿਆਂ ਦੇ ਵਿੱਚ 3-4 ਲੱਖ ਦਾ ਘਰ ਆ ਜਾਂਦਾ, ਉੱਥੇ 3-4 ਮਹੀਨਿਆਂ ਦੇ ਵਿੱਚ 6-7 ਲੱਖ ਡਾਲਰ ਇਹਨਾਂ ਪ੍ਰੋਪਰਟੀ ਦੇ ਵਿੱਚੋਂ ਬਣਾ ਲਿਆ। ਵੱਡੀਆਂ ਜਿਹੜੀਆਂ ਪ੍ਰੋਪਰਟੀਜ਼ ਨੇ, ਬਹੁਤ ਜ਼ਿਆਦਾ ਕੀਮਤ ਵਾਲੀਆਂ ਪ੍ਰੋਪਰਟੀਜ਼ ਹੁੰਦੀਆਂ, ਉਹਨਾਂ ਦੇ ਵਿੱਚ ਤਾਂ ਪੈਸੇ ਬਣ ਜਾਂਦੇ ਆ, ਪਰ ਕੁਛ ਲੋਕਾਂ ਨੂੰ ਇਹ ਜਿਹੜੇ ਆਮ ਘਰ ਨੇ, ਜਿਹੜਾ 1-2 ਮਿਲੀਅਨ ਦਾ ਘਰ, 1.5 ਮਿਲੀਅਨ ਦਾ ਘਰ, ਜਾਂ ਜਿਹੜੀ ਲੋਟ ਆ ਜਾਂ ਪ੍ਰੋਪਰਟੀ ਆ ਵੈਨਕੂਵਰ ਇਹਦੇ ਆਲੇ ਦੁਆਲੇ ਕਿਤੇ ਵੇਚਣ ਵਾਲੀ, ਉਹਦੇ ਵਿੱਚ ਆਮ ਲੋਕਾਂ ਨੇ ਜਿਹੜੇ ਇੰਨੇ ਕੁ ਅਫੋਰਡ ਕਰ ਸਕਦੇ ਸੀ, ਉਹਨਾਂ ਨੇ 4-4, 5-5 ਲੱਖ ਡਾਲਰ 3-4 ਮਹੀਨਿਆਂ ਦੇ ਵਿੱਚ ਕੱਢ ਲਿਆ। ਹੋ ਸਕਦਾ ਇਹ ਕੀਮਤਾਂ ਨਾ ਇੰਨੀਆਂ ਵੱਧਦੀਆਂ, ਹੋ ਸਕਦਾ ਇਹ ਕੀਮਤਾਂ ਘਟ ਜਾਂਦੀਆਂ। ਜਿੱਦਾਂ ਪਹਿਲਾਂ ਮੈਂ ਦੱਸਿਆ ਕਿ ਮਾਹਰ ਕਹਿ ਰਹੇ ਆ ਲਾਟਰੀ ਪਾਉਣ ਜਿੰਨਾ ਹੀ ਇਹ ਕੰਮ ਆ ਕਿ ਲਾਟਰੀ ਸਮਝ ਲਓ ਤੁਹਾਡੀ ਨਿਕਲ ਆਈ। ਜੇ ਤੁਸੀਂ ਟਾਈਮ 'ਤੇ ਘਰ ਲੈ ਕੇ ਥੋੜ੍ਹਾ ਬਹੁਤਾ ਰੈਨੋ ਕਰਵਾ ਕੇ ਉਹਨੂੰ ਵੇਚ ਦਿੱਤਾ ਅਤੇ ਉਹਦੇ ਵਿੱਚੋਂ 4 ਪੈਸੇ ਬਚ ਗਏ, ਜਿੰਨੇ ਕੁ ਲਾਟਰੀ ਦੇ ਵਿੱਚ ਨਿਕਲਦੇ ਆ ਉਹਦੇ ਨਾਲੋਂ ਕਿਤੇ ਜ਼ਿਆਦਾ ਚਾਂਸ ਆ ਕਿ ਤੁਹਾਨੂੰ ਇਹਦੇ ਵਿੱਚ ਪੈਸੇ ਬਣ ਜਾਣ। ਅਤੇ ਹੁਣ ਜਿਹੜੀਆਂ ਗੱਲਾਂ ਬਾਤਾਂ ਹੋਰ ਦੱਸ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮਾਰਕੀਟ ਠੰਡੀ ਨਹੀਂ ਪੈਣੀ, ਅਜੇ ਇਹ ਕੀਮਤਾਂ ਹੋਰ ਇਸੇ ਤਰ੍ਹਾਂ ਉੱਪਰ ਜਾਈ ਜਾਣੀਆਂ। ਕਾਰਨ ਕੀ ਆ? ਇੰਟਰਸਟ ਰੇਟ ਘੱਟ ਆ, ਕੀ ਆ, ਡਿਮਾਂਡ ਜ਼ਿਆਦਾ ਆ, ਲੋਕ ਜ਼ਿਆਦਾ ਆ ਰਹੇ ਆ, ਇਹ ਪਤਾ ਨਹੀਂ, ਪਰ ਇਹ ਕੀਮਤਾਂ ਅਜੇ ਵੀ ਰੁਕਣੀਆਂ ਨਹੀਂ। ਵੈਕਸੀਨ ਬਾਰੇ ਅਸੀਂ ਅਕਸਰ ਗੱਲਬਾਤ ਕਰਦੇ ਹਾਂ। ਇਸ ਵੇਲੇ ਦੁਨੀਆ ਦੇ ਵਿੱਚ ਜਦੋਂ ਕੋਵਿਡ ਦੀ ਗੱਲਬਾਤ ਹੁੰਦੀ ਹੈ, ਉਹਦੇ ਨਾਲ ਹੀ ਵੈਕਸੀਨ ਦੀ ਗੱਲਬਾਤ ਵੀ ਚੱਲਦੀ ਆ। ਵੈਕਸੀਨ ਬਾਰੇ ਕੁਛ ਨਿੱਤ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ, ਨਿੱਤ ਨਵੀਆਂ ਸਟੱਡੀ ਸਾਹਮਣੇ ਆ ਰਹੀਆਂ। ਇੱਕ ਸਟੱਡੀ ਹੋਈ ਆ ਜਿਹਦੇ ਵਿੱਚ ਕਈ ਹਜ਼ਾਰ ਲੋਕਾਂ ਨੇ ਪਾਰਟੀਸਪੇਟ ਕੀਤਾ ਕਤਰ ਦੇ ਵਿੱਚ, ਕਿ ਜਿਹੜੀ ਸਿੰਗਲ ਡੋਜ਼ ਫਾਈਜ਼ਰ ਬਾਇਓਨਟੈਕ ਵੈਕਸੀਨ ਆ, ਇਹ ਤੁਹਾਨੂੰ ਕਰੋਨਾ ਵਾਇਰਸ ਤੋਂ ਕਿੰਨਾ ਬਚਾਉਂਦੀ ਆ। ਜਿੱਥੇ ਹੁਣ ਗੱਲਬਾਤ ਇਕੱਲੇ ਕਰੋਨਾ ਵਾਇਰਸ ਦੀ ਨਹੀਂ ਰਹੀ, ਜਿਹੜੇ ਵੇਰੀਐਂਟ ਬਦਲ ਗਏ ਆ, 2 ਹੋਰ ਨਵੇਂ ਰੂਪ ਸਾਹਮਣੇ ਆਏ ਆ, ਉਹਨਾਂ ਦੇ ਉੱਤੇ ਇਹਦਾ ਕਿੰਨਾ ਅਸਰ ਆ, ਇਸ ਗੱਲ ਦੇ ਉੱਤੇ ਹਜ਼ਾਰਾਂ ਬੰਦਿਆਂ ਦੇ ਉੱਤੇ ਕਤਰ ਦੇ ਵਿੱਚ ਸਟੱਡੀ ਹੋਈ ਆ। ਉਹ ਸਟੱਡੀ ਇਹ ਦੱਸਦੀ ਆ ਕਿ ਜੇ ਫਾਈਜ਼ਰ ਬਾਇਓਨਟੈਕ ਦੀ ਵੈਕਸੀਨ ਤੁਸੀਂ ਲਵਾ ਲੈਂਦੇ ਆ ਤਾਂ ਇਹ ਤੁਹਾਨੂੰ ਪਹਿਲੀ ਡੋਜ਼ ਦੀ 30% ਇਫੈਕਟਿਵ ਆ ਜਿਹੜੇ ਇਨਫੈਕਸ਼ਨ ਦੇ ਉੱਤੇ B.1.1.7 ਇੱਕ ਜਿਹੜਾ ਵੇਰੀਐਂਟ ਆ ਕਿਹਾ ਜਾ ਰਿਹਾ, ਜਿਹੜਾ ਉਹ ਵੇਰੀਐਂਟ ਵਾਇਰਸ ਦੀ ਉਹ ਕਿਸਮ ਜਿਹੜੀ ਇਸ ਵੇਲੇ ਓਨਟਾਰੀਓ ਦੇ ਵਿੱਚ ਸਭ ਤੋਂ ਜ਼ਿਆਦਾ ਹੈ, ਕਿ ਪਹਿਲੀ ਡੋਜ਼ ਦੇ ਨਾਲ ਤੁਸੀਂ ਫਾਈਜ਼ਰ ਵਾਲੀ ਨਾਲ 30% ਬਚਦੇ ਆ। ਅਤੇ ਇਹਦੇ ਵਿੱਚ ਜੇ ਹੌਸਪੀਟਲ ਜਾਣ ਦਾ, ਅੱਛਾ ਉਹਦੇ ਨਾਲ ਇੱਕ ਤਾਂ ਇਹ ਹੁੰਦਾ ਕਿ ਵਾਇਰਸ ਹੋਣ ਤੋਂ ਬਚਦੇ ਆ, ਦੂਜਾ ਹੈਗਾ ਕਿ ਤੁਸੀਂ ਹੌਸਪੀਟਲ ਜਾਣ ਦੇ ਚਾਂਸ ਵੀ 55% ਇਫੈਕਟਿਵ ਹੈਗੀ ਹੈ ਕਿ ਤੁਹਾਨੂੰ ਜੇ ਹੋ ਗਿਆ ਵਾਇਰਸ ਤਾਂ ਫਿਰ ਹੌਸਪੀਟਲ ਨਹੀਂ ਜਾਣਾ ਪਊਗਾ ਅਤੇ ਜਿਹੜੀ ਕੋਈ ਇੱਦਾਂ ਦੀ ਕੈਜੂਅਲਟੀ ਨਹੀਂ ਹੋਊਗੀ। ਉਹਦੇ ਤੋਂ ਬਾਅਦ ਦੱਸਦੇ ਆ ਜਿਹੜਾ ਇਹ 40,000 ਲੋਕਾਂ ਦੇ ਉੱਤੇ ਉਹਨਾਂ ਨੇ ਸਟੱਡੀ ਕੀਤਾ ਕੋਵਿਡ-19 ਨੂੰ ਕਤਰ ਦੇ ਵਿੱਚ। ਇਹ ਸਟੱਡੀ ਪਬਲਿਸ਼ ਹੋਈ ਆ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਦੇ ਵਿੱਚ ਕੱਲ੍ਹ ਬੁੱਧਵਾਰ ਜਿਹੜਾ ਲੰਘ ਕੇ ਗਿਆ, ਕਿ ਫਾਈਜ਼ਰ ਦਾ ਇੱਕ ਵੈਕਸੀਨ 30%, 29.5% ਅਸਲ ਦੇ ਵਿੱਚ ਦੱਸਦੇ ਆ ਕਿ ਇਫੈਕਟਿਵ ਹੈਗਾ ਇਨਫੈਕਸ਼ਨ ਨੂੰ ਪ੍ਰੀਵੈਂਟ ਕਰਨ ਦੇ ਵਿੱਚ, ਜਿਹੜੀ ਏਸਿਮਟੋਮੈਟਿਕ ਆ। ਉੱਦਾਂ ਜਿਹੜਾ ਪਹਿਲਾ ਸ਼ਾਟ ਫਾਈਜ਼ਰ ਦਾ ਹੈਗਾ ਆ ਉਹਨੂੰ 54.5% ਇਫੈਕਟਿਵ ਦੱਸਦੇ ਆ, ਜਿਹੜੀ ਸਵੀਅਰ ਕ੍ਰਿਟੀਕਲ ਜਾਂ ਦੂਜੀਆਂ ਆਊਟਕਮਸ ਹੈਗੀਆਂ ਇਹਦੇ ਨਾਲ B.1.1.7 ਦੇ ਨਾਲ। ਸੋ
ਜਿਹੜੀ ਪਬਲਿਕ ਹੈਲਥ ਅੰਟੈਰੀਓ ਦੀ ਉਹ ਦੱਸ ਰਹੀ ਆ ਕਿ ਪਿਛਲੇ ਹਫ਼ਤਿਆਂ ਦੇ ਵਿੱਚ 90% ਜਿਹੜੇ ਪੋਜ਼ਿਟਿਵ ਸੈਂਪਲ ਆਏ ਆ ਉਹ ਇਹਨਾਂ ਦੇ ਵਿੱਚ ਇਹ ਜਿਹੜਾ ਨਵਾਂ ਵੇਰੀਐਂਟ ਆ B.1.1.7 ਇਹਦੇ ਹੈਗੇ ਆ। ਇਹ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਡਿਸਕਵਰ ਹੋਇਆ ਸੀ ਪਿਛਲੇ ਸਾਲ, ਤੁਹਾਨੂੰ ਯਾਦ ਹੋਊਗਾ। ਤੇ ਹੁਣ ਇਹਦਾ ਮਤਲਬ ਇਹ ਨਹੀਂ ਕਿ ਫਾਈਜ਼ਰ ਬਾਇਓਨਟੈਕ ਇਫੈਕਟਿਵ ਨਹੀਂ ਆ, ਸਾਰੀਆਂ ਜਿਹੜੀਆਂ ਵੈਕਸੀਨਸ ਆ ਉਹਨਾਂ ਦੀ ਸਟੱਡੀ ਹੋਣੀ ਆ, ਕਿਉਂਕਿ ਜੇ ਬਹੁਤ ਇਨੀਸ਼ੀਅਲ ਸਟੇਜ ਆ, ਅਜੇ 1.5 ਸਾਲ ਪਹਿਲਾਂ ਜਦੋਂ ਵਾਇਰਸ ਆਇਆ, ਵਾਇਰਸ ਤੋਂ ਬਾਅਦ ਫਿਰ ਉਹਦਾ ਟੈਸਟ ਡਿਵੈਲਪ ਕੀਤਾ ਗਿਆ, ਟੈਸਟ ਤੋਂ ਬਾਅਦ ਨਵੀਂ ਇੱਕ ਟੈਕਨੋਲੋਜੀ ਦੇ ਨਾਲ ਜਿਹੜੀ mRNA ਦੇ ਨਾਲ ਇਹ ਵੈਕਸੀਨਸ ਬਣਾਈਆਂ ਗਈਆਂ, ਉਹ ਅਲੱਗ-ਅਲੱਗ ਵੈਕਸੀਨ ਦੀ ਸਟੱਡੀਜ਼, ਨਿੱਤ ਨਵੀਆਂ ਸਟੱਡੀਜ਼ ਹੋਈ ਜਾਣੀਆਂ ਕਿ ਨਵੇਂ ਵੇਰੀਐਂਟ ਦੇ ਉੱਤੇ ਕਿੰਨਾ ਇਫੈਕਟਿਵ ਆ, ਪੁਰਾਣੇ ਵੇਰੀਐਂਟ ਦੇ ਉੱਤੇ ਕਿੰਨਾ ਇਫੈਕਟਿਵ ਆ, ਇਹਦਾ ਅਸਰ ਕੀ ਆ। ਸੋ ਇਹ ਸਟੱਡੀ ਜਿਹੜੀ ਹੁਣ ਆ ਰਹੀ ਆ ਔਰ ਇਹ ਸਾਡੇ ਸਾਹਮਣੇ ਬਹੁਤ ਸਾਰੀਆਂ ਗੱਲਾਂ ਦੱਸ ਰਹੀ ਆ, ਤੇ ਇਹ ਵੀ ਦੱਸ ਰਹੇ ਆ ਕਿ ਜਿਹੜੇ ਜਿਨ੍ਹਾਂ ਨੂੰ 2 ਮਿਲ ਜਾਂਦੀਆਂ ਡੋਜ਼ਸ ਉਹ 87% ਇਹਦੇ ਤੇ ਉਹਨਾਂ ਦਾ 87% ਇਹਦੇ ਤੋਂ ਬਚ ਜਾਂਦੇ ਆ, 90% ਤੇ ਚਲੇ ਜਾਂਦੇ ਆ। 14 ਦਿਨ ਬਾਅਦ ਜਦੋਂ ਤੁਹਾਡੇ ਸੈਕੰਡ ਡੋਜ਼ ਲੱਗ ਜਾਂਦੀ ਆ ਤਾਂ ਤੁਸੀਂ 90% ਇਹਦੇ ਤੋਂ ਚਲੇ ਜਾਂਦੇ ਆ। ਔਰ ਜਿਹੜੀਆਂ ਇਹ 100% ਇਫੈਕਟਿਵ ਦੱਸ ਰਹੇ ਆ ਸਵੀਅਰ ਸਿੰਪਟਮਸ ਦੇ ਉੱਤੇ ਜਾਂ ਡੈਥਸ ਦੇ ਉੱਤੇ, ਕਿ ਜੇ ਹੋ ਵੀ ਜਾਵੇ, ਮੰਨ ਲਓ ਤੁਸੀਂ ਵੈਕਸੀਨ ਲਵਾਈ ਆ, ਤੁਹਾਨੂੰ ਹੋ ਵੀ ਗਿਆ, ਉਹਦੇ ਤੋਂ ਬਾਅਦ ਇਹਦੇ ਨਾਲ ਤੁਹਾਡਾ ਇੰਨਾ ਅਸਰ ਨਹੀਂ ਹੁੰਦਾ ਕਿ ਕਿਸੇ ਮੌਤ ਦੀ ਗੱਲ ਹੋ ਜਾਵੇ ਜਾਂ ਬਹੁਤ ਜ਼ਿਆਦਾ ਸਵੀਅਰ ਸਿੰਪਟਮ ਹੋ ਜਾਣ, ਖਤਰਨਾਕ ਲੱਛਣ ਇਹਦੇ ਤੁਹਾਨੂੰ ਸਾਹਮਣੇ ਦੱਸਣ ਆ ਜਾਣ। ਸੋ ਜਦੋਂ ਦਸੰਬਰ ਦੇ ਵਿੱਚ ਅੱਧ ਦੇ ਵਿੱਚ ਇਮਿਊਨਾਈਜੇਸ਼ਨ ਕੈਂਪੇਨ ਕੈਨੇਡਾ ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਸਟੱਡੀਜ਼ ਹੋਈਆਂ। ਇਹ ਜਿਹੜੀ ਅੱਜ ਸਟੱਡੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਹੜੀ ਕੱਲ੍ਹ ਛਪੀ ਆ ਫਾਈਜ਼ਰ ਬਾਇਓਨਟੈਕ ਬਾਰੇ, ਜਿਹੜਾ ਨਵਾਂ ਵੇਰੀਐਂਟ ਆ ਉਹਦੇ ਉੱਤੇ ਇਹ 30% ਇਫੈਕਟ ਪਹਿਲੀ ਡੋਜ਼ ਤੋਂ ਬਾਅਦ ਦੱਸ ਰਹੇ ਆ। ਹੁਣ ਇਹ ਨਹੀਂ ਹੈ ਕਿ ਜੇ ਤੁਸੀਂ ਵੈਕਸੀਨ ਲਵਾ ਲਈ ਤਾਂ ਤੁਹਾਨੂੰ ਹੋਣਾ ਨਹੀਂ, ਕੋਵਿਡ ਨਹੀਂ ਹੋਣਾ। ਤੇ ਕਈ ਲੋਕ ਫਿਰ ਇਹ ਕਹਿੰਦੇ ਵੀ ਜੇ ਵੈਕਸੀਨ ਲਵਾਈ ਤੇ ਵੀ ਹੋ ਜਾਣਾ ਤਾਂ ਫਿਰ ਲਵਾਉਣ ਦਾ ਕੀ ਫਾਇਦਾ। ਫਾਇਦਾ ਇਹ ਇੱਕ ਤਾਂ ਚਾਂਸ ਬਹੁਤ ਘੱਟਦੇ ਆ, ਬਹੁਤ ਥੋੜ੍ਹੇ ਚਾਂਸ ਰਹਿ ਜਾਂਦੇ ਆ ਤੁਹਾਨੂੰ ਕਿ ਕੋਵਿਡ ਹੋਊਗਾ। ਦੂਜੀ ਗੱਲ, ਰੱਬ ਨਾ ਕਰੇ ਜੇ ਕੋਵਿਡ ਹੋ ਵੀ ਜਾਂਦਾ ਤਾਂ ਉਹ ਸਵੀਅਰ ਨਹੀਂ ਹੋਊਗਾ, ਇੰਨਾ ਖਤਰਨਾਕ ਨਹੀਂ ਹੋਊਗਾ ਕਿ ਤੁਹਾਨੂੰ ਹਸਪਤਾਲ ਜਾਣਾ ਪਵੇ ਜਾਂ ਤੁਹਾਨੂੰ ਕੋਈ ਉਹਦੇ ਉਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆ ਜਾਵੇ। ਪਿਛਲੇ ਸਾਲ ਦਸੰਬਰ ਦੇ ਵਿੱਚ ਆਪਣੇ ਇੱਥੇ ਵੈਕਸੀਨ ਲੱਗਣੀ ਸ਼ੁਰੂ ਹੋਈ ਹੈ ਕੈਨੇਡਾ ਦੇ ਵਿੱਚ, ਤੇ ਹੁਣ ਜੇਕਰ ਅਪ੍ਰੈਲ ਦੇ ਮਈ ਸ਼ੁਰੂ ਹੋ ਗਿਆ, ਪਿਛਲੇ ਮਹੀਨੇ ਤੱਕ ਦੇਖਿਆ ਜਾਵੇ ਤਾਂ ਕਹਿੰਦੇ 6800 ਬੰਦਿਆਂ ਨੂੰ ਕੋਵਿਡ ਹੋਇਆ ਆ ਜਿਨ੍ਹਾਂ ਨੂੰ ਵੈਕਸੀਨ ਦੀ 1 ਡੋਜ਼ ਲੱਗ ਚੁੱਕੀ ਸੀ। ਮੰਨ ਲਓ ਵੈਕਸੀਨ ਲੱਗ ਗਈ, ਉਸ ਤੋਂ ਬਾਅਦ ਵੀ 6800 ਨੂੰ ਕੋਵਿਡ ਹੋ ਗਿਆ। ਤੇ ਇਹਦੇ ਵਿੱਚ ਜਿਹੜੇ 4500 ਕੇਸਿਸ ਉਹ ਦੱਸਦੇ ਆ ਜਿਹੜੇ ਪਹਿਲੇ 14 ਦਿਨ ਦੇ ਵਿੱਚ ਹੀ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਜਿਹੜੀ ਪੋਜ਼ਿਟਿਵ ਆ ਗਏ, ਤੇ 2200 ਉਹ ਦੱਸਦੇ ਆ ਜਿਨ੍ਹਾਂ ਨੂੰ 14 ਦਿਨ ਤੋਂ ਬਾਅਦ ਕੋਵਿਡ ਹੋਇਆ। ਸੋ ਇਹ ਇੱਕ ਨਵੀਂ ਗੱਲਬਾਤ ਆ ਜਿਹੜੀ ਦੱਸ ਰਹੀ ਆ ਕਿ ਕਿਉਂਕਿ ਜਦੋਂ ਤੁਹਾਨੂੰ ਦੱਸਦੇ ਆ ਕਿ ਕਿਉਂ ਹੁੰਦਾ, ਤੁਹਾਨੂੰ ਵੈਕਸੀਨ ਲੱਗਦੀ ਆ, ਲੱਗਣ ਤੋਂ ਬਾਅਦ ਉਹਦੀਆਂ ਐਂਟੀਬਾਡੀਜ਼ ਡਿਵੈਲਪ ਹੁੰਦੀਆਂ, ਉਹਨੂੰ 14-15 ਦਿਨ ਲੱਗਦੇ ਆ, ਫਿਰ ਥੋੜ੍ਹੇ ਵਕਵੇ ਤੋਂ ਬਾਅਦ ਦੂਜੀ ਵੈਕਸੀਨ ਲੱਗਦੀ ਆ, ਦੂਜੀ ਵੈਕਸੀਨ ਤੋਂ ਬਾਅਦ ਫਿਰ 14-15 ਦਿਨ ਚਾਹੀਦੇ ਆ ਤੁਹਾਨੂੰ, ਉਹਦੇ ਤੋਂ ਬਾਅਦ ਜਾ ਕੇ ਫਿਰ ਤੁਸੀਂ ਇੱਕ ਹੱਦ ਤੇ ਜਾ ਕੇ ਜਿੰਨੀਆਂ ਵੈਕਸੀਨਸ ਕਹਿ ਰਹੀਆਂ ਉਨੀ ਇਮਿਊਨਿਟੀ ਤੁਹਾਡੇ ਵਿੱਚ ਬਣਦੀ ਆ। ਸੋ ਬੋਟਮ ਲਾਈਨ ਕੀ ਆ ਕਿ ਇਸ ਗੱਲ ਤੋਂ ਇੱਦਾਂ ਘਬਰਾਉਣ ਵਾਲੀ ਲੋੜ ਨਹੀਂ ਕਿ ਜੇ ਕੋਈ ਇਹ ਕਹਿੰਦਾ 6800 ਲੋਕਾਂ ਨੂੰ ਕੋਵਿਡ ਹੋ ਗਿਆ ਵੀ ਇਹਦਾ ਮਤਲਬ ਹੈਗਾ ਕਿ ਸੱਚਮੁੱਚ ਹੀ ਇਹਦਾ ਕੋਈ ਅਸਰ ਨਹੀਂ ਆ, ਇਹ ਤਾਂ ਜਿਹਨੂੰ ਲਵਾਓ ਤਾਂ ਵੀ ਹੁੰਦਾ, ਨਾ ਲਵਾਓ ਤਾਂ ਵੀ ਹੁੰਦਾ। ਇਹਦੇ ਨਾਲ ਇੱਕ ਸਮਾਂ ਆ ਜਿਹਦੇ ਤੋਂ ਬਾਅਦ ਇਹਦਾ ਅਸਰ ਹੁੰਦਾ ਆ, ਤੇ ਉਹ ਡੈਫੀਨੇਟਲੀ ਤੁਹਾਨੂੰ ਕੋਵਿਡ ਤੋਂ ਬਚਾਉਂਦਾ ਆ, ਇਹਦੇ ਜਿਹੜੇ ਬਹੁਤ ਗੰਭੀਰ ਲੱਛਣ ਆ ਉਹਨਾਂ ਤੋਂ ਬਚਾਉਂਦਾ ਆ। ਔਰ ਜਿਹੜੇ ਨਵੇਂ ਹੈਗੇ ਆ, ਜਿਹੜੀ ਕਤਰ ਦੇ ਵਿੱਚ ਸਟੱਡੀ ਆ ਇਹ ਨਵੇਂ ਵੇਰੀਐਂਟਸ ਦੇ ਉੱਤੇ, ਇਹ ਵੀ ਜਿਹੜੇ ਇਸ ਵੇਲੇ ਡੋਮੀਨੈਂਟ ਹੈਗੇ ਆ, ਜਿਹਨੂੰ ਵਾਈਲਡ ਟਾਈਪ ਵੀ ਕੋਵਿਡ ਦੀ ਕਹਿੰਦੇ ਆ, ਉਹਦੇ ਉੱਤੇ ਵੀ ਇਹਦਾ ਪੂਰਾ ਅਸਰ ਹੈਗਾ ਆ। ਜਿਹੜਾ ਸਾਊਥ ਅਫਰੀਕਾ ਦੇ ਵਿੱਚ ਦੂਜਾ ਇਹਦਾ ਵੇਰੀਐਂਟ ਆਇਆ ਸੀ B.1.351, ਉਹਦੇ ਉੱਤੇ ਵੀ ਜਿਹੜੀਆਂ ਸਟੱਡੀਜ਼ ਦੱਸਦੀਆਂ ਕਿ ਕਾਫੀ ਚੰਗੇ ਰਿਜ਼ਲਟ ਉਹਦੇ ਉੱਤੇ ਵੀ ਹੈਗੇ ਆ। ਬਾਕੀ ਵੇਰੀਐਂਟ ਦੇ ਜਿਹੜੇ ਨਾਰਮਲ ਕੋਵਿਡ ਆ ਉਹਦੇ ਮੁਕਾਬਲੇ ਤਾਂ ਨਹੀਂ, ਉਹਨੇ ਨਹੀਂ, ਪਰ ਫਿਰ ਵੀ ਦੱਸਦੇ ਆ ਕਿ ਇਹਦਾ ਕਾਫੀ ਅਸਰ ਇਹਨਾਂ ਦੋਵਾਂ ਵੇਰੀਐਂਟਸ ਦੇ ਉੱਤੇ ਹੈਗਾ ਆ, ਔਰ ਡੈਫੀਨੇਟਲੀ ਇਹ ਹਸਪੀਟਲ ਜਾਣ ਤੋਂ ਤੇ ਦੂਜੀਆਂ ਚੀਜ਼ਾਂ ਤੋਂ ਬਚਾਉਂਦੇ ਆ। ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ ਆ, ਇਹਨਾਂ ਦੇਸ਼ਾਂ ਦੀ ਆਪਸ ਦੇ ਵਿੱਚ ਕਈਆਂ ਦੀ ਬਣਦੀ ਆ, ਕਈਆਂ ਦੀ ਲੜਾਈ ਹੁੰਦੀ ਰਹਿੰਦੀ ਆ। ਖਾਸ ਤੌਰ ਦੇ ਉੱਤੇ ਬਾਰਡਰ ਦੇ ਉੱਤੇ ਕਿ ਕਿਹੜੇ ਦੇਸ਼ ਨੇ ਕਿਹੜੇ ਦੇਸ਼ ਦੇ ਉੱਤੇ ਕਬਜ਼ਾ ਕਰਨਾ, ਇਹ ਇੱਕ ਮੁੱਖ ਮੁੱਦਾ ਹੁੰਦਾ ਇਹਨਾਂ ਦੀ ਆਪਸ ਦੇ ਵਿੱਚ, ਇਸ ਗੱਲ ਤੋਂ ਵੀ ਲੜਦੀ ਰਹਿੰਦੀ ਹੈ। ਬੈਲਜੀਅਮ ਤੇ ਫਰਾਂਸ ਦੋ ਇਹੋ ਜਿਹੇ ਦੇਸ਼ ਆ ਜਿਨ੍ਹਾਂ ਦਾ ਬਾਰਡਰ ਸਾਂਝਾ ਆ, ਜਿੱਦਾਂ ਕੈਨੇਡਾ ਤਾਂ ਅਮਰੀਕਾ ਦਾ ਬਾਰਡਰ ਸਾਂਝਾ ਆ। ਜ਼ੀਰੋ ਐਵਨਿਊ ਦੇ ਉੱਤੇ ਜਾ ਕੇ ਦੇਖਦੇ ਆ, ਇੱਕ ਪਾਸੇ ਅਮਰੀਕਾ ਆ, ਦੂਜੇ ਪਾਸੇ ਕੈਨੇਡਾ ਆ, ਵਿਚਕਾਰ ਉਹ ਡਿੱਚ ਜੀ ਹੈਗੀ ਆ, ਸਿਰਫ ਕੋਈ ਉੱਥੇ ਫੈਂਸ ਨਹੀਂ ਆ, ਕੋਈ ਉੱਦਾਂ ਦੀ ਗੱਲਬਾਤ ਨਹੀਂ ਆ। ਇਸੇ ਤਰ੍ਹਾਂ ਬੈਲਜੀਅਮ ਤੇ ਫਰਾਂਸ ਦਾ ਇੱਕ ਬਾਰਡਰ ਆ, ਬਹੁਤ ਲੰਬਾ ਬਾਰਡਰ ਆ ਉਹ। ਉਸ ਬਾਰਡਰ ਦੇ ਉੱਤੇ ਇੱਕ ਮਾਮਲਾ ਸਾਹਮਣੇ ਆਇਆ ਜਿਹਨੇ ਬੜੀ
ਇੱਕ ਗੰਭੀਰ ਸਥਿਤੀ ਵੀ ਪੈਦਾ ਕੀਤੀ ਹੈ ਤੇ ਗੱਲ ਹਾਸੇ ਵਾਲੀ ਵੀ ਪੈਦਾ ਕੀਤੀ ਹੈ। ਅਸਲ ਦੇ ਵਿੱਚ ਬੈਲਜੀਅਮ ਦੇ ਇੱਕ ਕਿਸਾਨ ਨੇ ਜਿਹੜਾ ਉੱਥੇ ਖੇਤੀ ਕਰਦਾ ਸੀ, ਜਾਣੇ ਅਣਜਾਣੇ ਦੇ ਵਿੱਚ ਫਰਾਂਸ ਦੇ ਨਾਲ ਲੱਗਦੇ ਆਪਣੇ ਦੇਸ਼ ਦੀ ਸਰਹੱਦ ਨੂੰ ਬਦਲ ਕੇ ਬਵਾਲ ਮਚਾ ਦਿੱਤਾ। ਮਤਲਬ ਉਹਨੇ ਸਰਹੱਦ ਹੀ ਬਦਲ ਦਿੱਤੀ। ਰੌਲਾ ਕਿੱਥੋਂ ਪਿਆ? ਜੰਗਲ ਦੇ ਵਿੱਚੋਂ ਇੱਕ ਵਿਅਕਤੀ ਗੁਜ਼ਰਦਾ ਸੀ ਜਿਹੜਾ ਇਤਿਹਾਸ ਦੇ ਨਾਲ ਸੰਬੰਧਿਤ ਸੀ। ਉਹ ਬੰਦਾ ਪੜ੍ਹਿਆ ਲਿਖਿਆ ਸੀ, ਸਿਆਣਾ ਸੀ। ਉਹਨੇ ਜਦ ਉੱਥੇ ਦੇਖਿਆ ਵੀ ਜਿਹੜਾ ਸਰਹੱਦਾਂ ਨੂੰ ਦੱਸਣ ਵਾਲਾ, ਬੈਲਜੀਅਮ ਤੇ ਫਰਾਂਸ ਦੀ ਸਰਹੱਦ ਕਿੱਥੇ ਖਤਮ ਹੁੰਦੀ ਆ, ਉੱਥੇ ਇੱਕ ਪੱਥਰ ਪਿਆ ਬਹੁਤ ਵੱਡਾ ਜਿਹੜਾ ਦੱਸਦਾ ਆ ਕਿ ਇਹ ਸਰਹੱਦ ਹੈਗੀ ਆ। ਉਹ ਕਿਸੇ ਨੇ 7.5 ਫੁੱਟ ਹਿਲਾ ਦਿੱਤਾ। ਮਤਲਬ 2-2.25 ਮੀਟਰ ਇੱਕ ਪਾਸੇ ਨੂੰ ਖਿਸਕ ਗਿਆ। ਉਹ ਦੱਸਿਆ ਵੀ ਕਹਿੰਦੇ ਉਹ ਜਿਹੜਾ ਕਿਸਾਨ ਸੀ ਉੱਥੇ ਖੇਤੀ ਕਰਦਾ ਸੀ, ਟਰੈਕਟਰ ਨਾਲ ਉਹ ਹਲ ਵਾਹੁੰਦਾ ਸੀ ਉੱਥੇ, ਤੇ ਉਹ ਰਸਤੇ 'ਚ ਪੱਥਰ ਆਈ ਜਾਂਦਾ ਸੀ। ਉਹਨੂੰ ਗੁੱਸਾ ਆਇਆ ਤੇ ਉਹਨੇ ਚੱਕ ਕੇ ਖੇਤ ਤੋਂ ਪੱਥਰ ਦੂਜੇ ਪਾਸੇ ਰੱਖ ਦਿੱਤਾ। ਉੱਥੋਂ ਹਟਵਾਂ 7.25 ਫੁੱਟ ਜਿਹੜਾ ਪੱਥਰ ਆ ਉਹ ਫਰਾਂਸ ਵਾਲੇ ਪਾਸੇ ਨੂੰ ਖਿਸਕਾ ਦਿੱਤਾ। ਇਹਦੇ ਤੋਂ ਬਾਅਦ ਹੁਣ ਇਹ ਵੀ ਹੋ ਸਕਦਾ ਸੀ ਵੀ ਉਹਦੇ ਨਾਲ ਸਾਰੇ ਦਾ ਸਾਰਾ ਜਿਹੜੀ ਕਹਾਣੀ ਬਦਲ ਗਈ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੌਲਾ ਰੱਪਾ ਪੈ ਜਾਂਦਾ। ਪਰ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਘਟਨਾ ਨੇ ਸਰਹੱਦ ਦੇ ਦੋਵਾਂ ਪਾਸਿਆਂ ਦੇ ਉੱਤੇ ਇੱਕ ਤਰ੍ਹਾਂ ਦੀ ਮੁਸਕਰਾਹਟ ਲਿਆ ਦਿੱਤੀ। ਬੈਲਜੀਅਮ ਦੇ ਅਰਕੁਲੀਜ਼ ਪਿੰਡ ਦਾ ਮੇਅਰ ਆ ਡੇਵਿਡ ਲਾਵੋਕਸ। ਡੇਵਿਡ ਲਾਕਸ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤੀ। ਉਹ ਕਹਿੰਦਾ ਵੀ ਉਹ ਕਿਸਾਨ ਨੇ ਬੈਲਜੀਅਮ ਨੂੰ ਥੋੜ੍ਹਾ ਵੱਡਾ ਕਰ ਦਿੱਤਾ ਤੇ ਫਰਾਂਸ ਨੂੰ ਛੋਟਾ ਕਰ ਦਿੱਤਾ, ਵੀ ਇਹ ਗੱਲ ਚੰਗੀ ਨਹੀਂ ਆ। ਇਹ ਜਿਹੜਾ ਜ਼ਮੀਨੀ ਮਾਲਕਾਂ ਦੇ ਦਰਮਿਆਨ ਨਵਾਂ ਵਿਵਾਦ ਪੈਦਾ ਹੋ ਜਾਂਦਾ। ਉਹ ਕਹਿੰਦੇ ਗੁਆਂਢੀ ਦੇਸ਼ਾਂ ਦੇ ਲਈ ਸਿਰਦਰਦੀ ਦਾ ਮਾਮਲਾ ਵੀ ਆ। 620 ਕਿਲੋਮੀਟਰ ਫਰਾਂਸ ਤੇ ਬੈਲਜੀਅਮ ਦੇ ਵਿਚਕਾਰ ਇਕੱਠਾ ਬਾਰਡਰ ਪੈਂਦਾ ਹੈ। ਜਿਹੜੀ ਬਾਰਡਰ ਆ ਵਾਟਰਲੂ ਦੇ ਵਿੱਚ ਜਦੋਂ ਨੈਪੋਲੀਅਨ ਦੀ ਹਾਰ ਹੋਈ ਸੀ, ਉਹਦੇ 'ਚ 5 ਸਾਲ ਬਾਅਦ 1820 ਦੇ ਵਿੱਚ ਇੱਕ ਕੋਟਰਿਕ ਸੰਧੀ ਹੋਈ ਸੀ। ਉਹਦੇ ਤੋਂ ਬਾਅਦ ਇਹ ਬਾਰਡਰ ਨਿਰਧਾਰਿਤ ਕੀਤਾ ਸੀ, ਸੀਮਾ ਬਣੀ ਸੀ। ਸੋ ਬੈਲਜੀਅਮ ਦੇ ਇਸ ਕਿਸਾਨ ਵੱਲੋਂ ਆਪਣੇ ਰਸਤੇ ਤੋਂ ਹਟਾਇਆ ਗਿਆ ਪੱਥਰ 1819 ਦੇ ਵਿੱਚ ਇਸ ਥਾਂ ਦੇ ਉੱਤੇ ਲਾਇਆ ਗਿਆ ਸੀ। ਜਿਹੜਾ ਬੈਲਜੀਅਮ ਦੇ ਪਾਸੇ ਮੇਅਰ ਆ ਉਹ ਹੱਸਦਿਆਂ ਕਹਿੰਦਾ ਮੈਂ ਖੁਸ਼ ਹਾਂ ਵੀ ਮੇਰਾ ਸ਼ਹਿਰ ਵੱਡਾ ਹੋ ਗਿਆ, ਪਰ ਫਰਾਂਸ ਵਾਲੇ ਇਸ ਗੱਲ ਨੂੰ ਮੰਨਦੇ ਨਹੀਂ। ਜਿਹੜੇ ਫਰਾਂਸ ਦੇ ਪਿੰਡ ਦੇ ਮੇਅਰ ਆ ਔਰਲ ਆਵੋਲੈਕ, ਉਹ ਹੱਸਦਿਆਂ ਕਹਿੰਦਾ ਵੀ ਅਸੀਂ ਇੱਕ ਨਵੀਂ ਸਰਹੱਦੀ ਜੰਗ ਤੋਂ ਬਚ ਗਏ ਹਾਂ, ਵੀ ਜਦੋਂ ਸਰਹੱਦਾਂ ਦੇਸ਼ਾਂ ਦੀਆਂ ਬਦਲਦੀਆਂ ਤਾਂ ਲੋਕਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ, ਘੱਟੋ ਘੱਟ ਅਸੀਂ ਬਚ ਗਏ ਹਾਂ। ਸੋ ਹੁਣ ਬੈਲਜੀਅਮ ਦੇ ਜਿਹੜੇ ਲੋਕ ਆ ਉਹ ਕਹਿ ਰਹੇ ਆ ਕਿ ਉਸ ਕਿਸਾਨ ਨੂੰ ਵੀ ਉਹ ਪੱਥਰ ਨੂੰ ਆਪਣੀ ਪੁਰਾਣੀ ਜਗ੍ਹਾ 'ਤੇ ਰੱਖ ਦੇਵੇ। ਜੇ ਇੱਦਾਂ ਨਹੀਂ ਜਾਂਦੇ ਤਾਂ ਫਿਰ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਜਾਊਗਾ, ਜਿੱਥੇ ਫਰੈਂਚ ਬੈਲਜੀਅਮ ਬਾਰਡਰ ਕਮਿਸ਼ਨ ਨੂੰ ਸੱਦਣਾ ਪਊਗਾ। ਤੇ ਬੈਲਜੀਅਮ ਦੇ ਮੇਅਰ ਲਾਵੋਕਸ ਦਾ ਕਹਿਣਾ ਆ ਕਿ ਕਿਸਾਨ ਨੇ ਜੇ ਗੱਲ ਨਾ ਮੰਨੀ ਤਾਂ ਉਹਦੇ ਵਿਰੁੱਧ ਫਿਰ ਸਾਨੂੰ ਕੇਸ ਕਰਨਾ ਪਊਗਾ। ਪਰ ਮਾਮਲਾ ਕਹਿੰਦੇ ਬੜਾ ਸਿੱਧਾ ਜਿਹਾ ਆ ਤੇ ਜਿਹੜੀ ਇਹ ਦੋਵਾਂ ਦੇਸ਼ਾਂ ਦੀਆਂ ਚੰਗੀਆਂ ਭਾਵਨਾਵਾਂ ਦੇ ਨਾਲ ਚੀਜ਼ ਜਿਹੜੀ ਉੱਥੇ ਠੀਕ ਠਾਕ ਹੋ ਜੂਗੀ। ਸੋ ਇਹ ਵੀ ਇੱਕ ਤਰੀਕਾ ਹੈਗਾ ਆ ਕਿ ਖੁੱਲ੍ਹੇ ਬਾਰਡਰ ਨੇ, ਸਿਰਫ ਇੱਕ ਪੱਥਰ ਆ ਜਿਹੜਾ ਇੱਕ ਕਿਸਾਨ ਹੀ ਚੱਕ ਕੇ ਪਰੇ ਉਰੇ ਕਰ ਸਕਦਾ ਆ, ਤੇ ਉਹਦੇ ਆਸਰੇ ਦੇਸ਼ਾਂ ਦੇ ਬਾਰਡਰ ਜਿਹੜੇ ਚੱਲੀ ਜਾ ਰਹੇ ਆ। ਔਰ ਇਹਨਾਂ ਦੇਸ਼ਾਂ ਦੀ ਆਪਸ ਦੇ ਵਿੱਚ ਕਿੰਨੀ ਬਣਦੀ ਹੈ, ਇਹ ਵੀ ਗੱਲ ਜਿਹੜੀ ਇੱਕ ਦਿਲਚਸਪੀ ਵਾਲੀ ਹੈ ਤੇ ਦੇਖਣ ਵਾਲੀ ਹੈ। ਦੋਸਤੋ, ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਮੈਨੀ ਗਿੱਲ ਦੇ ਨਾਲ। ਜਿਹੜੀ ਅਸੀਂ ਪਹਿਲਾਂ ਗੱਲਬਾਤ ਕਰ ਰਹੇ ਸੀ ਘਰਾਂ ਦੀ ਮਾਰਕੀਟ ਬਾਰੇ, ਕਿੰਨੀ ਕੁ ਘਰਾਂ ਦੀ ਮਾਰਕੀਟ ਦੇ ਵਿੱਚ ਤਬਦੀਲੀ ਆਈ ਹੈ, ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ, ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਗੱਲਬਾਤ ਕਰਦੇ ਹਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।